ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਜਮਾਤ 8ਵੀਂ ਦਾ ਪੰਜਾਬੀ ਪੁਸਤਕ ਉਡਾਨ ਵਿੱਚੋਂ ਪਾਠ ਨੰਬਰ 19 1857 ਈਸਵੀ ਦੇ ਗਦਰ ਵਿੱਚ ਹਰਿਆਣੇ ਦਾ ਯੋਗਦਾਨ, ਇੱਕ ਲੇਖ, ਬਹੁਤ ਹੀ ਇੰਪੋਰਟੈਂਟ ਲੇਖ, ਇਤਿਹਾਸਿਕ ਪੱਖ ਤੋਂ ਆਪਣਾ ਵਿਸ਼ੇਸ਼ ਮਹੱਤਵ ਰੱਖਦੇ ਹੋਇਆ ਇਹ ਪੜ੍ਹਾਂਗੇ। ਆਓ ਪੜ੍ਹਨਾ ਸ਼ੁਰੂ ਕਰਦੇ ਹਾਂ। ਇਸ ਨੂੰ ਐਂਡ ਵਿੱਚ ਅਸੀਂ ਕੁਐਸਚਨ ਆਨਸਰ ਤੇ ਮੁਹਾਵਰਿਆਂ ਦੀ ਵਰਤੋਂ ਵੀ ਕਰਾਂਗੇ ਵਾਕਾਂ ਦੇ ਵਿੱਚ। ਮੈਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਲਾਭਦਾਇਕ ਹੋਏਗੀ ਤੇ 8ਵੀਂ ਜਮਾਤ ਦੀ ਬਾਕੀ ਵੀਡੀਓਜ਼ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਹੋਇਆ ਹੈ। ਉੱਥੇ ਜਾ ਕੇ ਤੁਸੀਂ ਸਾਰੀ ਵੀਡੀਓਜ਼ ਦੇਖ ਸਕਦੇ ਹੋ। ਸਾਰੀ ਵੀਡੀਓਜ਼ ਵਿੱਚ ਇੱਕ ਇੱਕ ਅੱਖਰ ਲਾਈਨ ਟੂ ਲਾਈਨ ਅੱਛੀ ਤਰ੍ਹਾਂ ਨਾਲ ਸਮਝਾਇਆ ਗਿਆ ਹੈ। ਨਾਲ ਹੀ ਕੁਐਸਚਨ ਆਨਸਰ ਜਾਂ ਬੁੱਕ ਪਾਰਟ ਜਿਹੜਾ ਵੀ ਹੈ ਉਹ ਬਹੁਤ ਸੋਹਣੇ ਢੰਗ ਨਾਲ ਕਰਾਇਆ ਗਿਆ ਹੈ। ਆਓ ਸ਼ੁਰੂ ਕਰਦੇ ਹਾਂ। ਪਹਿਲਾ ਹੈ, ਜਿਹੜੀ ਆਜ਼ਾਦੀ ਸਾਨੂੰ 15 ਅਗਸਤ 1947 ਨੂੰ ਮਿਲੀ, ਉਸ ਲਈ ਸਾਡੇ ਦੇਸ਼ ਭਗਤਾਂ ਨੇ ਲੰਮਾ ਸਮਾਂ ਸੰਘਰਸ਼ ਕੀਤਾ। ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ। ਕੁਰਬਾਨੀਆਂ ਮਤਲਬ ਹੁੰਦਾ ਹੈ ਸ਼ਹਾਦਤਾਂ, ਆਪਣਾ ਜੀਵਨ ਬਲੀਦਾਨ ਕਰਤਾ। ਦੇਸ਼ ਦੀ ਆਜ਼ਾਦੀ ਲਈ 1857 ਦਾ ਗਦਰ ਮਤਲਬ ਹੁੰਦਾ ਕ੍ਰਾਂਤੀ, ਪਹਿਲਾ ਜਥੇਬੰਦਕ ਅੰਦੋਲਨ ਸੀ। ਜਥੇਬੰਦਕ ਮਤਲਬ ਜਦੋਂ ਲੋਕ ਇੱਕ ਉਦੇਸ਼ ਦੇ ਨਾਲ ਹਥਿਆਰ ਲੈ ਕੇ ਖੜੇ ਹੋਏ। ਭਾਵੇਂ ਇਹ ਬਗਾਵਤ ਜਨਵਰੀ 1857 ਵਿੱਚ ਚਰਬੀ ਵਾਲੇ ਕਾਰਤੂਸ ਦੀ ਅਫਵਾਹ ਨਾਲ ਸ਼ੁਰੂ ਹੋਈ, ਪਰ ਕਿਸਾਨ ਵੀ ਈਸਟ ਇੰਡੀਆ ਕੰਪਨੀ ਦੀ ਲਗਾਨ ਦਰਾਂ ਤੇ ਵਸੂਲੀ ਦੇ ਤਰੀਕਿਆਂ ਤੋਂ ਬਹੁਤ ਦੁਖੀ ਸਨ। ਉਹ ਪਹਿਲਾਂ ਦੀ ਹੀ ਗੱਲ ਹੈ। ਦਸਤਕਾਰੀ ਤੇ ਛੋਟੇ ਉਦਯੋਗ ਧੰਦੇ ਕੰਪਨੀ ਦੀ ਨੀਤੀਆਂ ਕਾਰਨ ਬਰਬਾਦ ਹੋ ਰਹੇ ਸਨ। ਇਸ ਲਈ ਆਮ ਲੋਕਾਂ ਵਿੱਚ ਅੰਗਰੇਜ਼ਾਂ ਵਿਰੁੱਧ ਰੋਸ ਤੇ ਗੁੱਸਾ ਸੀ। ਅੰਗਰੇਜ਼ ਸਰਕਾਰ ਨੇ ਇਸ ਨੂੰ ਸਿਰਫ ਫੌਜੀ ਬਗਾਵਤ ਜਾਂ ਦੇਸੀ ਰਾਜਾਂ ਦਾ ਵਿਦਰੋਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਸ ਤਰ੍ਹਾਂ ਇਸ ਬਗਾਵਤ ਵਿੱਚ ਬਾਗੀ ਫੌਜੀਆਂ ਦੇ ਨਾਲ ਆਮ ਲੋਕਾਂ ਨੇ ਹਿੱਸਾ ਲਿਆ ਤੇ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ, ਉਸ ਤੋਂ ਪਤਾ ਲੱਗਦਾ ਹੈ ਕਿ 1857 ਦੀ ਬਗਾਵਤ ਸਾਡੇ ਦੇਸ਼ ਦਾ ਪਹਿਲਾ ਸੁਤੰਤਰਤਾ ਸੰਗਰਾਮ ਸੀ। ਅਰਥਾਤ ਆਜ਼ਾਦੀ ਦੇ ਲਈ ਸੰਘਰਸ਼। ਸੰਗਰਾਮ ਦਾ ਅਰਥ ਹੁੰਦਾ ਹੈ ਸੰਘਰਸ਼ ਜਾਂ ਲੜਾਈ। ਅੱਗੇ ਵਧਦੇ ਹਾਂ ਅਗਲੇ ਪੈਰੇ ਵੱਲ। ਸਾਡੇ ਰਾਜ ਹਰਿਆਣੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਬਗਾਵਤ ਕੀਤੀ ਤੇ ਰਾਜ ਦੀ ਕਈ ਦੇਸੀ ਰਿਆਸਤਾਂ ਨੇ ਵੀ, ਛੋਟੀ ਛੋਟੀ ਰਾਜਿਆਂ ਦੀ ਰਿਆਸਤਾਂ ਨੇ ਅੰਗਰੇਜ਼ੀ ਫੌਜਾਂ ਨਾਲ ਲੋਹਾ ਲਿਆ ਮਤਲਬ ਲੜਾਈ ਕੀਤੀ। ਝੱਜਰ ਦੀ ਰਿਆਸਤ ਉਸ ਸਮੇਂ ਸਭ ਤੋਂ ਵੱਡੀ ਰਿਆਸਤ ਸੀ। ਇਹ ਅੱਗੇ ਜਾ ਕੇ ਕੰਪੀਟੀਸ਼ਨਾਂ 'ਚ ਵੀ ਆ ਸਕਦਾ ਹੈ ਕਿ ਹਰਿਆਣੇ ਵਿੱਚੋਂ ਕਿਹੜੀ ਰਿਆਸਤ ਸਭ ਤੋਂ ਵੱਡੀ ਸੀ। ਅਬਦੁਲ ਰਹਿਮਾਨ ਖਾਂ ਉਸ ਦਾ ਨਵਾਬ ਸੀ। ਪਹਿਲਾਂ ਤੋਂ ਅੰਗਰੇਜ਼ਾਂ ਦਾ ਵਫ਼ਾਦਾਰ ਰਿਹਾ, ਪਰ ਲੋਕਾਂ ਦੀ ਬਗਾਵਤ ਅਤੇ ਦਿੱਲੀ ਦੇ ਬਾਦਸ਼ਾਹ ਦੇ ਕਾਰਨ ਉਹ ਵੀ ਵਿਦਰੋਹ ਦੇ ਵਿੱਚ ਸ਼ਾਮਿਲ ਹੋ ਗਿਆ ਤੇ ਉਸਨੇ ਬਹਾਦਰ ਸ਼ਾਹ ਦੀ ਮਦਦ ਲਈ ਫੌਜ ਭੇਜੀ, ਪੈਸੇ ਵੀ ਦਿੱਤੇ, ਬਾਗੀਆਂ ਦੀ ਮਦਦ ਵੀ ਕੀਤੀ। ਤੇ ਦਿੱਲੀ ਦੇ ਬਾਦਸ਼ਾਹ ਨੂੰ ਕੈਦ ਕਰਨ ਤੋਂ ਬਾਅਦ ਅੰਗਰੇਜ਼ੀ ਫੌਜਾਂ ਨੇ ਝੱਜਰ ਤੇ ਹਮਲਾ ਕਰ ਦਿੱਤਾ। ਨਵਾਬ ਦੀ ਫੌਜ ਬੜੀ ਬਹਾਦਰੀ ਨਾਲ ਲੜੀ, ਪਰ ਅੰਗਰੇਜ਼ਾਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ, ਉਸ ਦਾ ਸਾਰਾ ਖਜ਼ਾਨਾ ਲੁੱਟ ਲਿਆ ਤੇ ਮੁਕੱਦਮਾ ਚਲਾ ਕੇ ਦਿੱਲੀ ਦੇ ਲਾਲ ਕਿਲ੍ਹੇ ਸਾਹਮਣੇ ਫਾਂਸੀ ਦੇ ਦਿੱਤੀ। ਝੱਜਰ ਦੇ ਨਾਲ ਲੱਗਦੇ ਰੋਹਤਕ ਸ਼ਹਿਰ ਤੇ ਅਨੇਕ ਪਿੰਡਾਂ ਵਿੱਚ ਲੋਕਾਂ ਨੇ ਵਿਦਰੋਹ ਕੀਤਾ ਤੇ ਬਹੁਤ ਸਾਰੇ ਯਾਨੀ ਕਿ ਸੈਂਕੜੋ ਦੇਸ਼ ਭਗਤ ਮਾਰੇ ਗਏ। ਅੱਗੇ ਵਧਦੇ ਹਾਂ। ਦਿੱਲੀ ਦੇ ਨਜ਼ਦੀਕ ਹੋਣ ਕਰਕੇ ਗੁੜਗਾਉਂ ਜ਼ਿਲ੍ਹੇ ਵਿੱਚ ਵੀ ਕਈ ਥਾਵਾਂ ਤੇ ਬਗਾਵਤ ਹੋਈ। ਇੱਥੇ ਫਰੂਖ ਨਗਰ ਇੱਕ ਛੋਟੀ ਜਿਹੀ ਰਿਆਸਤ ਸੀ। ਅਹਿਮਦ ਅਲੀ ਗੁਲਾਮ ਇੱਥੋਂ ਦੇ ਨਵਾਬ ਸਨ। ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਦੇਸ਼ ਦਾ ਰਾਜਾ ਮੰਨਦੇ ਹੋਏ ਉਸ ਦੀ ਮਦਦ ਲਈ ਫੌਜ ਦੀ ਟੁਕੜੀ ਭੇਜੀ। ਰਿਆਸਤ ਦੇ ਲੋਕ ਵੀ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਅੰਗਰੇਜ਼ ਜਨਰਲ ਸ਼ਾਵਰ ਨੇ ਗੁੜਗਾਵਾਂ ਦੇ ਵਿਦਰੋਹ ਨੂੰ ਦਬਾਉਣ ਤੋਂ ਬਾਅਦ ਫਰੂਖ ਨਗਰ ਦੇ ਕਿਲ੍ਹੇ ਤੇ ਹਮਲਾ ਕੀਤਾ ਤੇ ਨਵਾਬ ਦੀ ਫੌਜ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ, ਪਰ ਅੰਗਰੇਜ਼ਾਂ ਦੀ ਵਿਸ਼ਾਲ ਫੌਜ ਤੇ ਤੋਪਖਾਨੇ ਦੇ ਸਾਹਮਣੇ ਉਹ ਟਿਕ ਨਾ ਸਕੇ। ਇਸ ਲੜਾਈ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ। ਅੰਗਰੇਜ਼ਾਂ ਨੇ ਨਵਾਬ ਨੂੰ ਗ੍ਰਿਫਤਾਰ ਕਰਕੇ ਲਾਲ ਕਿਲ੍ਹੇ ਵਿੱਚ ਕੈਦ ਕਰ ਲਿਆ। ਉਹਨਾਂ ਨੇ ਦੇਸ਼ ਭਗਤ ਨਵਾਬ ਨੂੰ ਦਿੱਲੀ ਵਿੱਚ 23 ਜਨਵਰੀ 1858 ਨੂੰ ਚਾਂਦਨੀ ਚੌਕ ਵਿੱਚ ਕੋਤਵਾਲੀ ਦੇ ਸਾਹਮਣੇ ਫਾਂਸੀ ਲਾ ਦਿੱਤਾ। ਫਰੂਖ ਨਗਰ ਦਾ ਕਿਲ੍ਹਾ, ਜਿਹੜਾ ਕਿ ਹੁਣ ਖੰਡਰ ਬਣ ਚੁੱਕਿਆ ਹੈ, ਅੱਜ ਵੀ ਬਗਾਵਤ ਦੀ ਕਹਾਣੀ ਕਹਿ ਰਿਹਾ ਹੈ ਤੇ ਨਾਲ ਲੱਗਦੇ ਜ਼ਿਲ੍ਹੇ ਮੇਵਾਤ ਦੇ ਲੋਕ ਬਹੁਤ ਹੀ ਬਹਾਦਰੀ ਨਾਲ ਅੰਗਰੇਜ਼ਾਂ ਖਿਲਾਫ ਲੜੇ ਤੇ ਹਜ਼ਾਰਾਂ ਹੀ ਲੋਕ ਲੜਦੇ ਹੋਏ ਆਪਣੀ ਜਾਨਾਂ ਕੁਰਬਾਨ ਕਰ ਗਏ। ਇਸ ਇਲਾਕੇ ਦੇ ਕਈ ਪਿੰਡਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ ਸੀ। ਆਜ਼ਾਦੀਆਂ ਐਵੇਂ ਨਹੀਂ ਆਉਂਦੀਆਂ,
ਬਹੁਤ ਲਹੂ ਦੀ ਨਦੀਆਂ ਵਹਾਅ ਕੇ, ਕੁਰਬਾਨੀਆਂ ਦੇ ਕੇ, ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਸੂਲੀ 'ਤੇ ਚਾੜ੍ਹ ਕੇ ਫਿਰ ਸਾਨੂੰ ਆਜ਼ਾਦੀ ਮਿਲਦੀ ਹੈ, ਜਿਸ ਨੂੰ ਅਸੀਂ ਅੱਜ ਮਾਣ ਰਹੇ ਹਾਂ। ਅਤੇ ਸ਼ਾਇਦ ਕਿਤੇ ਨਾ ਕਿਤੇ ਅਸੀਂ ਆਪਣੇ ਦੇਸ਼ ਭਗਤਾਂ ਨੂੰ, ਆਪਣੇ ਕ੍ਰਾਂਤੀ ਵੀਰਾਂ ਨੂੰ ਭੁੱਲਦੇ ਜਾ ਰਹੇ ਹਾਂ, ਜੋ ਕਿ ਬਹੁਤ ਬਹੁਤ ਮਾੜੀ ਗੱਲ ਹੈ। ਹੁਣ ਇਸ ਪੇਜ ਦੇ ਵਿੱਚ ਅਸੀਂ ਝੱਜਰ ਦੀ ਰਿਆਸਤ ਦੀ ਗੱਲ ਕਰ ਚੁੱਕੇ ਹਾਂ, ਫਰੂਖ ਨਗਰ ਦੇ ਰਿਆਸਤ ਦੀ ਗੱਲ ਕਰ ਚੁੱਕੇ ਹਾਂ। ਆਓ ਹੁਣ ਅੱਗੇ ਵਧੀਏ। ਦਿੱਲੀ ਦੇ ਦੱਖਣ ਵਿੱਚ ਬੱਲਵਗੜ੍ਹ ਇੱਕ ਛੋਟੀ ਜਿਹੀ ਰਿਆਸਤ ਸੀ। ਨਾਹਰ ਸਿੰਘ ਉੱਥੋਂ ਦਾ ਰਾਜਾ ਸੀ। 1847 ਵਿੱਚ ਗੱਦੀ ਤੇ ਬੈਠਿਆ। ਅੰਗਰੇਜ਼ਾਂ ਨੇ ਉਸਦੀ ਰਿਆਸਤ ਦੇ ਬਹੁਤ ਸਾਰੇ ਪਿੰਡ ਖੋਹ ਲਏ। ਉਸਦੇ ਮਨ ਵਿੱਚ ਅੰਗਰੇਜ਼ਾਂ ਦੇ ਪ੍ਰਤੀ ਗੁੱਸਾ ਸੀ। ਜਦੋਂ ਬਾਗੀ ਫੌਜੀਆਂ ਦਾ ਦਿੱਲੀ ਤੇ ਕਬਜ਼ਾ ਹੋ ਗਿਆ ਤਾਂ ਨਾਹਰ ਸਿੰਘ ਨੇ ਵੀ ਬਗਾਵਤ ਕਰਤੀ। ਉਸਨੇ ਬਹਾਦਰ ਸ਼ਾਹ ਜ਼ਫਰ ਨੂੰ ਚਿੱਠੀ ਲਿਖ ਕੇ ਮਦਦ ਦਾ ਭਰੋਸਾ ਵੀ ਦਿੱਤਾ। ਘੋੜਸਵਾਰ ਅਤੇ ਫੌਜੀਆਂ ਦੀ ਟੁਕੜੀਆਂ ਵੀ ਦਿੱਲੀਆਂ ਭੇਜ ਦਿੱਤੀਆਂ ਤੇ ਨਾਹਰ ਸਿੰਘ ਦੀ ਨਾਕੇਬੰਦੀ ਬਹੁਤ ਹੀ ਮਜ਼ਬੂਤ ਸੀ। ਇਸ ਕਰਕੇ ਅੰਗਰੇਜ਼ ਫੌਜ ਇਸ ਪਾਸਿਓਂ ਦਿੱਲੀ ਵਿੱਚ ਨਹੀਂ ਜਾ ਸਕਦੀ ਸੀ। ਅੰਗਰੇਜ਼ੀ ਫੌਜ ਨੇ ਜਨਰਲ ਸ਼ਾਵਰ ਦੀ ਅਗਵਾਈ ਹੇਠ ਬੱਲਵਗੜ੍ਹ ਤੇ ਹਮਲਾ ਕਰ ਦਿੱਤਾ। ਇੱਥੇ ਹੋਏ ਇੱਕ ਭਾਰੀ ਯੁੱਧ ਦੇ ਦੌਰਾਨ ਅੰਗਰੇਜ਼ਾਂ ਨੇ ਚਲਾਕੀ ਨਾਲ ਨਾਹਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮੁਕੱਦਮੇ ਦਾ ਨਾਟਕ ਰਚ ਕੇ ਉਸਨੂੰ ਫਾਂਸੀ ਦੇ ਦਿੱਤੀ। ਉਸਦੇ ਰਿਸ਼ਤੇਦਾਰਾਂ ਨੂੰ ਵੀ ਉਜਾੜ ਦਿੱਤਾ। ਉਸਦੀ ਸਾਰੀ ਜਾਇਦਾਦ ਜ਼ਬਤ ਕਰਕੇ ਅੰਗਰੇਜ਼ਾਂ ਸਾਥ ਦੇਣੇ ਵਾਲੇ ਗੱਦਾਰਾਂ ਵਿੱਚ ਵੰਡ ਦਿੱਤੀ। ਉਸ ਤੋਂ ਬਾਅਦ ਹੈ ਰਿਵਾੜੀ ਰਿਆਸਤ ਦਾ ਕਾਫੀ ਪਿੰਡ ਰਾਓ ਤੁਲਾ ਰਾਮ ਦੇ ਬਜ਼ੁਰਗਾਂ ਪਾਸੋਂ ਅੰਗਰੇਜ਼ਾਂ ਨੇ ਖੋਹ ਲਏ ਸਨ। ਸੰਨ 1857 ਵਿੱਚ ਇੱਥੇ ਵੀ ਬਗਾਵਤ ਹੋਈ। ਰਾਓ ਤੁਲਾ ਰਾਮ ਨੇ ਵੀ ਬਹਾਦਰ ਸ਼ਾਹ ਜ਼ਫਰ ਨੂੰ ਪੱਤਰ ਲਿਖ ਕੇ ਵਧਾਈ ਦਿੱਤੀ, ਸਾਥ ਦੇਣ ਦਾ ਵਾਅਦਾ ਦਿੱਤਾ। ਉਹਨਾਂ ਨੇ ਤਹਿਸੀਲ ਦੇ ਕਬਜ਼ਾ ਕਰਕੇ ਖਜ਼ਾਨਾ ਲੁੱਟ ਲਿਆ ਤੇ ਆਪਣੇ ਆਪ ਨੂੰ ਰਾਜਾ ਐਲਾਨ ਕਰ ਦਿੱਤਾ। ਰਾਮਪੁਰ ਨੂੰ ਆਪਣੀ ਰਾਜਧਾਨੀ ਬਣਾ ਕੇ 5000 ਫੌਜੀ ਭਰਤੀ ਕਰ ਲਏ। ਦਿੱਲੀ ਤੇ ਅੰਗਰੇਜ਼ਾਂ ਦਾ ਮੁੜ ਕਬਜ਼ਾ ਹੁੰਦਿਆਂ ਹੀ ਜਨਰਲ ਸ਼ਾਵਰ ਰਿਵਾੜੀ ਵੱਲ ਚੱਲ ਪਿਆ। ਰਾਓ ਤੁਲਾ ਰਾਮ ਨੇ ਬੜੀ ਹੁਸ਼ਿਆਰੀ ਵਰਤਦੇ ਹੋਏ ਰਾਮਪੁਰ ਛੱਡ ਦਿੱਤਾ ਤੇ ਸ਼ੇਖਾਵਟੀ ਵਿਖੇ ਬਾਗੀਆਂ ਨੂੰ ਇਕੱਠਾ ਕਰ ਲਿਆ। ਫਿਰ ਅੰਗਰੇਜ਼ ਗੈਰਾਡ ਵੱਡੀ ਫੌਜ ਲੈ ਕੇ ਰਿਵਾੜੀ ਆਇਆ। ਇਸ ਖਬਰ ਨੂੰ ਮਿਲਣ ਤੋਂ ਬਾਅਦ ਰਾਓ ਤੁਲਾ ਰਾਮ ਨਾਰਨੌਲ ਦੇ ਮੈਦਾਨ ਵਿੱਚ ਆ ਗਿਆ। ਝੱਜਰ ਦੇ ਅਬਦੁਲ ਸਮਦ ਭੱਟੂ ਦਾ ਸ਼ਹਿਜ਼ਾਦਾ ਮੁਹੰਮਦ ਅਜ਼ੀਮ ਵੀ ਆਪਣੀ ਫੌਜਾਂ ਲੈ ਕੇ ਆ ਗਏ। ਦੂਜੇ ਪਾਸੇ ਅੰਗਰੇਜ਼ਾਂ ਕੋਲ ਇੱਕ ਵੱਡੀ ਫੌਜ ਤੇ ਤੋਪਖਾਨਾ ਸੀ। ਅੰਗਰੇਜ਼ਾਂ ਦੀ ਮਦਦ ਲਈ ਪੰਜਾਬ ਤੇ ਮੁਲਤਾਨ ਦੀ ਦੇਸੀ ਰਿਆਸਤਾਂ ਦੀ ਫੌਜਾਂ ਵੀ ਸਨ। ਨਸੀਰਪੁਰ ਦੇ ਮੈਦਾਨ ਵਿੱਚ ਬਹੁਤ ਵੱਡੀ ਜੰਗ ਹੋਈ, ਜਿਸ ਵਿੱਚ ਕਰਨਲ ਗੈਰਾਡ ਵੀ ਮਾਰਿਆ ਗਿਆ। ਰਾਓ ਤੁਲਾ ਰਾਮ ਦੇ ਮੁੱਖ ਜਨਰਲ ਰਾਓ ਰਾਮ ਲਾਲ, ਇੱਥੇ ਮੁੱਖ ਜਨਰਲ ਕਿਹਦਾ ਹੈ? ਰਾਓ ਤੁਲਾ ਰਾਮ ਦਾ ਨਾਮ ਕੀ ਹੈ? ਰਾਓ ਰਾਮ ਲਾਲ ਤੇ ਕ੍ਰਿਸ਼ਨ ਗੋਪਾਲ ਵੀ ਸ਼ਹੀਦ ਹੋ ਗਏ, ਪਰ ਰਾਓ ਤੁਲਾ ਰਾਮ ਬਚ ਕੇ ਨਿਕਲਣ ਵਿੱਚ ਕਾਮਯਾਬ ਹੋਇਆ। ਰਾਜਸਥਾਨ ਦੇ ਰਿਆਸਤੀ ਰਾਜਿਆਂ ਪਾਸ ਮਦਦ ਤੇ ਤਾਂਤੇ ਟੋਪਿਆਂ ਨੂੰ ਮਿਲੇ। ਫਿਰ ਬੰਬਈ ਦੇ ਰਾਸਤੇ ਦੇਸ਼ ਤੋਂ ਬਾਹਰ ਚਲੇ ਗਏ। ਈਰਾਨ, ਰੂਸ ਤੇ ਅਫਗਾਨਿਸਤਾਨ ਦੇ ਰਾਜਿਆਂ ਪਾਸੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਬਿਮਾਰੀ ਕਾਰਨ ਅਫਗਾਨਿਸਤਾਨ ਵਿੱਚ 23 ਸਤੰਬਰ 1863 ਨੂੰ ਰਾਓ ਤੁਲਾ ਰਾਮ ਨੇ ਪ੍ਰਾਣ ਤਿਆਗ ਦਿੱਤੇ। ਉਹਨਾਂ ਦਾ ਬਲੀਦਾਨ ਹਰਿਆਣਾ ਦਿਵਸ ਵਿੱਚ ਸ਼ਹੀਦ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਤੇ ਸਿਰਸਾ ਜ਼ਿਲ੍ਹੇ ਦੀ ਰਾਣੀਆ ਰਿਆਸਤ ਦੇ ਨਵਾਬ ਨੂਰ ਮੁਹੰਮਦ ਨੇ ਵੀ ਅੰਗਰੇਜ਼ਾਂ ਵਿਰੁੱਧ ਬਗਾਵਤ ਕੀਤੀ। ਨਵਾਬ ਦੇ ਕੋਲ 4000 ਫੌਜੀ ਸਨ। ਜ਼ਿਲ੍ਹੇ ਦੇ ਓਂਡਾ ਪਿੰਡ ਵਿੱਚ ਕੋਲ ਉਹਨਾਂ ਦੇ ਅੰਗਰੇਜ਼ਾਂ ਨਾਲ ਲੜਾਈ ਹੋਈ। ਇਸ ਲੜਾਈ ਵਿੱਚ 530 ਫੌਜੀਆਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਨਵਾਬ ਬਚਦਾ ਹੋਇਆ ਲੁਧਿਆਣੇ ਪਹੁੰਚ ਗਿਆ, ਪਰ ਅੰਗਰੇਜ਼ਾਂ ਨੇ ਉਸਨੂੰ ਫੜ ਕੇ ਫਾਂਸੀ ਲਾ ਦਿੱਤਾ। ਜ਼ਿਲ੍ਹੇ ਦੇ ਪਿੰਡ ਖੈਰਕਾਂ ਤੇ ਛਤਰੀਆਂ ਦੇ ਲੋਕਾਂ ਦਾ ਵੀ ਅੰਗਰੇਜ਼ਾਂ ਦਾ ਵਿਰੋਧ ਕੀਤਾ। ਅੰਗਰੇਜ਼ਾਂ ਨੇ ਇਸ ਪਿੰਡ ਨੂੰ ਵੀ ਅੱਗ ਲਾ ਕੇ ਪੂਰੀ ਤਰ੍ਹਾਂ ਉਜਾੜ ਦਿੱਤਾ। ਹਿਸਾਰ ਜ਼ਿਲ੍ਹੇ ਵਿੱਚ ਦਿੱਲੀ ਦੇ ਆਜ਼ਾਦ ਹੋਣ ਤੋਂ ਮਗਰੋਂ ਬਗਾਵਤ ਫੈਲ ਗਈ। ਹਾਂਸੀ ਵਿੱਚ ਹੁਕਮਚੰਦ ਕਾਨੂੰਗੋ ਮਿਰਜ਼ਾ ਮੁਨੀਰ ਬੇਗਮ ਨੇ ਬਾਗੀਆਂ ਦੀ ਅਗਵਾਈ ਕੀਤੀ। ਉਹਨਾਂ ਨੂੰ ਅੰਗਰੇਜ਼ੀ ਫੌਜ ਤੋਂ ਫੜ ਲਿਆ ਤੇ ਫਾਂਸੀ ਲਾ ਦਿੱਤਾ। ਉਹਨਾਂ ਦੀ ਲਾਸ਼ਾਂ ਨੂੰ ਪਰਿਵਾਰ ਨੂੰ ਨਾ ਦਿੱਤੀਆਂ। ਇੱਥੋਂ ਦੇ ਪਿੰਡ ਰੋਹਨਾਥ, ਪੁੱਠੀ ਕਲਾਂ, ਮੰਗਾਲੀ, ਭਾਟੋਲ ਤੇ ਹੋਰ ਵੀ ਕਈ ਪਿੰਡਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਬਹੁਤ ਸਾਰੇ ਦੇਸ਼ ਭਗਤਾਂ ਨੂੰ ਹਾਂਸੀ ਵਿੱਚ ਰੋਡ ਰੋਲਰ ਨਾਲ ਦਰੜ ਕੇ ਸ਼ਹੀਦ ਕਰ ਦਿੱਤਾ। ਰੋਡ ਰੋਲਰ ਜਿਹੜਾ ਸੜਕ ਬਣਾਉਣ ਲਈ ਰੋਲਰ ਨਹੀਂ ਹੁੰਦਾ, ਉਹਨੂੰ ਰੋਡ ਰੋਲਰ ਕਿਹਾ ਜਾਂਦਾ ਹੈ। ਤੇ ਦਰੜ ਕੇ ਮਤਲਬ ਹੁੰਦਾ ਕੁਚਲ ਕੇ। ਪੂਰੀ ਸੜਕ ਸ਼ਹੀਦਾਂ ਦੇ ਖੂਨ ਨਾਲ ਰੰਗੀ ਗਈ ਅਤੇ ਇਸ ਕਰਕੇ ਹੀ ਸੜਕ ਦਾ ਨਾਂ ਲਾਲ ਸੜਕ ਪੈ ਗਿਆ।
ਹਾਂਸੀ ਰੋਡ, ਹਾਂਸੀ ਵਿੱਚ ਇਹ ਸੜਕ। ਹਿਸਾਰ ਸ਼ਹਿਰ ਵਿੱਚ ਵੀ 2000 ਬਾਗੀ ਦੇਸ਼ ਭਗਤ ਮੁਹੰਮਦ ਅਜ਼ੀਮ ਦੀ ਅਗਵਾਈ ਹੇਠ ਅੰਗਰੇਜ਼ਾਂ ਖਿਲਾਫ ਮਤਲਬ ਵਿਰੁੱਧ ਲੜੇ ਤੇ 133 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਪਤਾ ਨਹੀਂ ਅੱਜ ਅਸੀਂ ਕਿਸ ਤਰ੍ਹਾਂ ਕਹਿ ਦਿੰਦੇ ਆ ਵੀ ਅੰਗਰੇਜ਼ ਚੰਗੇ ਸੀਗੇ। ਪਾਣੀਪਤ ਵਿਖੇ ਬੂ ਅਲੀ ਕਲੰਦਰ ਸ਼ਾਹ ਵੀ ਕਿਹਾ ਜਾਂਦਾ ਹੈ। ਅਲੀ ਕਲੰਦਰ ਦੀ ਦਰਗਾਹ ਹੈ, ਇੱਕ ਤਰ੍ਹਾਂ ਨਾਲ ਬਾਗੀਆਂ ਦਾ ਗੜ੍ਹ ਸੀ। ਇਹ ਜਰਨੈਲੀ ਸੜਕ ਤੇ ਹੋਣ ਕਰਕੇ ਬਹੁਤ ਭਾਰੀ ਲੜਾਈ ਹੋਈ, ਸੈਂਕੜੇ ਦੇਸ਼ ਭਗਤ ਮਾਰੇ ਗਏ। ਅਲੀ ਕਲੰਦਰ ਨੂੰ ਫਾਂਸੀ ਦੇ ਦਿੱਤੀ ਗਈ ਤੇ ਕਰਨਾਲ ਜ਼ਿਲ੍ਹੇ ਵਿੱਚ ਵੀ ਬਲਾ ਬਾਂਸਾ ਤੇ ਅਸੰਧ ਪਿੰਡ ਵਿੱਚ ਵੀ ਬਗਾਵਤ ਹੋਈ। ਥਾਣੇਸਰ ਵਿੱਚ ਵੀ ਲੋਕਾਂ ਨੇ ਵਿਦਰੋਹ ਕੀਤਾ ਤੇ ਉਹ ਬੜੀ ਬਹਾਦਰੀ ਨਾਲ ਲੜੇ। ਇੱਥੇ ਵੀ 135 ਦੇਸ਼ ਭਗਤ ਸ਼ਹੀਦ ਹੋਏ। ਅੰਬਾਲੇ ਦੀ ਜ਼ਿਲ੍ਹੇ ਦੀ ਰਿਆਸਤ ਗੜੀ ਕੋਤਾਹਾਂ ਦੇ ਨਵਾਬ ਨੇ ਵੀ ਲੋਕਾਂ ਨਾਲ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ, ਪਰ ਅੰਗਰੇਜ਼ਾਂ ਦਾ ਮੁਕਾਬਲਾ ਨਾ ਕਰ ਸਕੇ। ਸੋਨੀਪਤ ਜ਼ਿਲ੍ਹੇ ਦੇ ਪਿੰਡ ਵਿੱਚ ਲਿਬਾਸਪੁਰ, ਕੁੰਡਲੀ ਬਹਾਰਗੜ੍ਹ, ਖਾਮਪੁਰ, ਅਲੀਪੁਰ ਤੇ ਹਮੀਦਪੁਰ ਵਿੱਚ ਵੀ ਵਿਦਰੋਹ ਹੋਇਆ। ਲਿਬਾਸਪੁਰ ਦੇ ਉਦਮੀ ਦਾ ਅਰਥ ਹੁੰਦਾ ਉਦਯੋਗਪਤੀ ਰਾਮ ਨੇ ਅੰਗਰੇਜ਼ਾਂ ਦੇ ਕਾਫਲਿਆਂ ਨੂੰ ਰੋਕਣ ਲਈ ਇੱਕ ਦਲ ਬਣਾਇਆ। ਅੰਗਰੇਜ਼ਾਂ ਨੇ ਉਦਮੀ ਰਾਮ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਵਿਦਰੋਹ ਕਰਨ ਵਾਲੇ ਪਿੰਡਾਂ ਨੂੰ ਬੁਰੀ ਤਰ੍ਹਾਂ ਉਜਾੜ ਦਿੱਤਾ। ਅਲੀਪੁਰ ਪਿੰਡ ਦੇ ਤੁਲਸੀ ਰਾਮ ਤੇ ਹੰਸ ਰਾਜ, ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ, ਉਹਨਾਂ ਦੇ ਨਾਂ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹਨ। ਨੈਕਸਟ ਹੈ, ਇਸ ਬਗਾਵਤ ਨੂੰ ਭਾਵੇਂ ਅੰਗਰੇਜ਼ਾਂ ਨੇ ਆਪਣੇ ਕੁਝ ਪਿੱਠੂ ਦੇਸੀ ਰਾਜਿਆਂ ਦੀ ਮਦਦ ਨਾਲ ਦਬਾ ਦਿੱਤਾ, ਫਿਰ ਵੀ ਲਾਲ ਕਿਲ੍ਹੇ ਤੋਂ ਲੈ ਕੇ ਪੂਰੇ ਉੱਤਰੀ ਭਾਰਤ ਦੇ ਦੂਰ ਦਰਾਡੇ ਪਿੰਡਾਂ ਤੇ ਸ਼ਹਿਰਾਂ ਵਿੱਚ ਰੁੱਖਾਂ ਨਾਲ ਲਟਕ ਰਹੀਆਂ ਗੁਮਨਾਮ ਸੈਂਕੜੇ ਦੇਸ਼ ਭਗਤਾਂ ਦੀਆਂ ਲਾਸ਼ਾਂ ਆਜ਼ਾਦੀ ਦੇ ਪਹਿਲੇ ਜੰਗ ਦੇ ਜੋਸ਼ ਨੂੰ ਬਿਆਨ ਕਰਦੀਆਂ ਹਨ। 1857 ਦੀ ਬਗਾਵਤ ਤੋਂ ਪ੍ਰੇਰਨਾ ਲੈ ਕੇ 20ਵੀਂ ਸਦੀ ਦੇ ਸ਼ੁਰੂ ਵਿੱਚ ਗਦਰੀ ਦੇਸ਼ ਭਗਤ ਬਾਹਰਲੇ ਦੇਸ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਏ। ਇਹੀ ਲੜੀ ਮਤਲਬ ਇਹੀ ਜਿਹੜੀ ਪੂਰੀ ਸੀਰੀਜ਼ ਸੀਗੀ, ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬੀਆਂ ਤੱਕ ਅੱਗੇ ਚੱਲਦੀ ਰਹੀ ਤੇ ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬੇਕਾਰ ਮਤਲਬ ਵਿਅਰਥ ਨਹੀਂ ਗਈਆਂ, ਸਗੋਂ ਬਾਅਦ ਦੇ ਸਾਲਾਂ ਵਿੱਚ ਰਾਸ਼ਟਰੀ ਅੰਦੋਲਨ ਦਾ ਹੋਰ ਵਿਕਸਿਤ ਜਥੇਬੰਦ ਮਤਲਬ ਇਕੱਠੇ ਹੋ ਕੇ ਬਹੁਤ ਜ਼ਿਆਦਾ ਕੈਲੀਬਰੇਟਲੀ ਤੇ ਨਿਖਰਿਆ ਰੂਪ ਸਾਹਮਣੇ ਆਇਆ। ਅਖੀਰ 1947 ਈਸਵੀ ਨੂੰ ਆਜ਼ਾਦੀ ਮਿਲੀ। ਸਾਨੂੰ ਸਾਡੀ ਇਹ ਅਮੀਰ ਵਿਰਾਸਤ ਨੂੰ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਆਓ ਹੁਣ ਅਸੀਂ ਪ੍ਰਸ਼ਨ ਉੱਤਰ ਪੜ੍ਹਦੇ ਹਾਂ, ਨਾਲ ਹੀ ਵਾਕਾਂ ਵਿੱਚ ਵਰਤੋਂ ਤੇ ਔਖੇ ਸ਼ਬਦ ਵੀ ਕਰਦੇ ਹਾਂ। ਗਦਰ ਮਤਲਬ ਇਨਕਲਾਬ ਜਾਂ ਕੀ ਹੁੰਦਾ ਹੈ, ਇਨਕਲਾਬ ਜਾਂ ਹਕੂਮਤ ਦੀ ਵਿਰੋਧਤਾ। ਸੰਘਰਸ਼ ਘੋਲ, ਸਖਤ ਕੋਸ਼ਿਸ਼। ਉਸ ਤੋਂ ਬਾਅਦ ਜਥੇਬੰਦਕ ਮਤਲਬ ਸੰਗਠਿਤ ਹੋ ਕੇ, ਇਹ ਸੰਗਠਿਤ। ਦਸਤਕਾਰੀ ਮਤਲਬ ਕਾਰੀਗਰੀ। ਬਗਾਵਤ ਹਕੂਮਤ ਦੀ ਵਿਰੋਧਤਾ। ਹਕੂਮਤ ਸਰਕਾਰ, ਲੋਹਾ ਲੈਣਾ, ਡਟ ਕੇ ਮੁਕਾਬਲਾ ਕਰਨਾ। ਰਿਆਸਤ ਰਾਜੇ ਦਾ ਇਲਾਕਾ। ਉਸ ਤੋਂ ਬਾਅਦ ਖੰਡਰ। ਖੰਡਰ ਮਤਲਬ ਕੋਈ ਜਗ੍ਹਾ ਜਿਹੜੀ ਪਹਿਲਾਂ ਬਹੁਤ ਹਰੀ ਭਰੀ ਆਬਾਦੀ ਨਾਲ ਵਸੀ ਹੋਈ ਸੀ, ਪਰੰਤੂ ਬਾਅਦ ਵਿੱਚ ਉਹ ਟੁੱਟ ਭੱਜ ਗਈ ਤੇ ਉਹਨੂੰ ਖੰਡਰ ਕਹਿ ਦਿੰਦਾ। ਜਾਂ ਕੋਈ ਬਿਲਡਿੰਗ ਜਿਹੜੀ ਬਿਲਕੁਲ ਟੁੱਟੀ ਭੱਜੀ ਹੈ, ਉਸ ਨੂੰ ਵੀ ਖੰਡਰ ਕਿਹਾ ਜਾਂਦਾ ਹੈ। ਖਿਲਾਫ ਮਤਲਬ ਵਿਰੁੱਧ। ਜਾਇਦਾਦ ਮਤਲਬ ਸੰਪੱਤੀ ਜਾਂ ਧਨ। ਜ਼ਬਤ ਮਤਲਬ ਕਾਬੂ ਕਰ ਲੈਣਾ। ਗੜ੍ਹ ਮਤਲਬ ਕਿਲਾ ਜਾਂ ਦੁਰਗ। ਸਾਕਾਰ ਕਰਨਾ ਮਤਲਬ ਪੂਰਾ ਕਰਨਾ। ਦਰੜ ਦਾ ਮਤਲਬ ਕੁਚਲ ਦੇਣਾ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਪ੍ਰਸ਼ਨ ਉੱਤਰ। ਪਹਿਲਾ ਹੈ, ਨਾਹਰ ਸਿੰਘ ਕਿੱਥੋਂ ਦਾ ਰਾਜਾ ਸੀ? ਉਸਨੇ ਬਗਾਵਤ ਕਿਉਂ ਕੀਤੀ? ਨਾਹਰ ਸਿੰਘ ਦਿੱਲੀ ਦੇ ਦੱਖਣ ਵਿੱਚ ਛੋਟੀ ਰਿਆਸਤ ਬੱਲਭਗੜ੍ਹ ਦਾ ਰਾਜਾ ਸੀ। ਅੰਗਰੇਜ਼ਾਂ ਨੇ ਉਸਦੀ ਰਿਆਸਤ ਦੇ ਬਹੁਤ ਸਾਰੇ ਪਿੰਡ ਖੋਹ ਲਏ ਸਨ। ਇੱਥੇ ਆਏਗਾ ਖੋਹੇ ਹੋਏ ਸਨ। ਇਸ ਲਈ ਨਾਹਰ ਸਿੰਘ ਦੇ ਮਨ ਵਿੱਚ ਅੰਗਰੇਜ਼ਾਂ ਖਿਲਾਫ ਗੁੱਸਾ ਸੀ ਤੇ 1857 ਵਿੱਚ ਜਦੋਂ ਬਾਗੀਆਂ ਦਾ ਦਿੱਲੀ ਉੱਤੇ ਕਬਜ਼ਾ ਹੋ ਗਿਆ ਤਾਂ ਉਸਨੇ ਵੀ ਬਗਾਵਤ ਕਰ ਦਿੱਤੀ। ਦੂਜਾ ਕੁਐਸਚਨ ਹੈ ਸਾਡਾ, ਬਹਾਦਰ ਸ਼ਾਹ ਜ਼ਫਰ ਕੌਣ ਸੀ? 1857 ਵਿੱਚ ਕਿਹੜੇ ਰਾਜਿਆਂ ਨੇ ਉਸ ਦੀ ਸਹਾਇਤਾ ਕੀਤੀ? ਬਹਾਦਰ ਸ਼ਾਹ ਜ਼ਫਰ ਆਖਰੀ ਮੁਗਲ ਬਾਦਸ਼ਾਹ ਸੀ। 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਉਸ ਨੂੰ ਦੇਸ਼ ਦਾ ਬਾਦਸ਼ਾਹ ਮੰਨ ਕੇ ਬਾਗੀਆਂ ਨੇ ਬਗਾਵਤ ਕੀਤੀ ਸੀ। ਉਸ ਦੀ ਸਹਾਇਤਾ ਕਰਨ ਵਾਲੇ ਰਾਜੇ ਸਨ ਝੱਜਰ ਦੀ ਰਿਆਸਤ ਦਾ ਨਵਾਬ ਅਬਦੁਲ ਰਹਿਮਾਨ ਖਾਂ, ਫਰੂਖ ਨਗਰ ਰਿਆਸਤ ਦਾ ਨਵਾਬ ਅਹਿਮਦ ਅਲੀ ਗੁਲਾਮ, ਬੱਲਭਗੜ੍ਹ ਦਾ ਨਵਾਬ ਰਾਜਾ ਨਾਹਰ ਸਿੰਘ, ਰੇਵਾੜੀ ਰਿਆਸਤ ਦਾ ਰਾਜਾ ਰਾਓ ਤੁਲਾ ਰਾਮ।
ਇਹਨਾਂ ਨੇ ਬਹਾਦਰ ਸ਼ਾਹ ਜ਼ਫਰ द्वितीय ਦੀ ਮਦਦ ਕੀਤੀ। ਉਸ ਤੋਂ ਬਾਅਦ ਹੈ ਰਾਓ ਤੁਲਾ ਰਾਮ ਤੇ ਇੱਕ ਨੋਟ, ਵੱਡਾ ਪ੍ਰਸ਼ਨ ਹੈ ਲੇਕਿਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਰਾਓ ਤੁਲਾ ਰਾਮ ਇੱਕ ਰਿਵਾੜੀ ਰਿਆਸਤ ਦੇ ਰਾਜਾ ਸਨ। ਉਸ ਦੀ ਰਿਆਸਤ ਦੇ ਵੀ ਅੰਗਰੇਜ਼ਾਂ ਨੇ ਬਹੁਤ ਸਾਰੇ ਪਿੰਡ ਖੋਹ ਲਏ ਸਨ। ਰਾਓ ਤੁਲਾ ਰਾਮ ਨੇ ਵੀ ਬਹਾਦਰ ਸ਼ਾਹ ਜ਼ਫਰ ਨੂੰ ਪੱਤਰ ਲਿਖ ਕੇ ਸਾਥ ਦੇਣ ਦਾ ਵਾਅਦਾ ਕੀਤਾ। ਉਸਨੇ ਤਹਿਸੀਲ ਉੱਤੇ ਹਮਲਾ ਕਰਕੇ ਖਜ਼ਾਨਾ ਲੁੱਟ ਲਿਆ, ਆਪਣੇ ਆਪ ਨੂੰ ਰਾਜਾ ਐਲਾਨ ਕਰ ਦਿੱਤਾ। ਉਸਨੇ ਰਾਮਪੁਰ ਨੂੰ ਆਪਣੀ ਰਾਜਧਾਨੀ ਬਣਾ ਕੇ 5000 ਫੌਜੀ ਵੀ ਭਰਤੀ ਕਰ ਲਏ। ਜਦੋਂ ਅੰਗਰੇਜ਼ਾਂ ਦਾ ਦਿੱਲੀ ਉੱਤੇ ਦੁਬਾਰਾ ਕਬਜ਼ਾ ਹੋ ਗਿਆ, ਫਿਰ ਉਹ ਰਿਵਾੜੀ ਵੱਲ ਵਧੇ। ਇਹ ਖਬਰ ਸੁਣ ਕੇ ਉਹ ਨਾਰਨੌਲ ਦੇ ਮੈਦਾਨ ਵਿੱਚ ਆ ਗਿਆ। ਉਸ ਦੀ ਮਦਦ ਲਈ ਝੱਜਰ ਦਾ ਅਬਦੁਲ ਸਮਦ ਤੇ ਸਾਹਿਬਜ਼ਾਦਾ ਮੁਹੰਮਦ ਅਜੀਮ ਆਪਣੀ ਸੈਨਾ ਲੈ ਕੇ ਮੈਦਾਨ ਵਿੱਚ ਪਹੁੰਚ ਗਏ ਤੇ ਨਰਸੀਰਪੁਰ ਦੇ ਮੈਦਾਨ ਵਿੱਚ ਇੱਕ ਵੱਡੀ ਜੰਗ ਹੋਈ, ਜਿਸ ਵਿੱਚ ਕਰਨਲ ਗਾਰਡ ਮਾਰਿਆ ਗਿਆ। ਈਵਨ ਕਿ ਜਿਹੜਾ ਰਾਓ ਤੁਲਾ ਰਾਮ ਜੀ ਸਨ, ਉਹਨਾਂ ਦਾ ਮੁੱਖ ਜਰਨੈਲ ਰਾਓ ਰਾਮ ਲਾਲ ਉਹ ਵੀ ਸ਼ਹੀਦ ਹੋ ਗਿਆ ਤੇ ਰਾਓ ਤੁਲਾ ਰਾਮ ਕਿਸੇ ਤਰ੍ਹਾਂ ਬਚ ਨਿਕਲੇ। ਉਹ ਕਲਪੀ ਵਿਖੇ ਤਾਂਤੀਆ ਟੋਪੇ ਨੂੰ ਮਿਲੇ ਤੇ ਬੰਬਈ ਹੁੰਦੇ ਅਫਗਾਨਿਸਤਾਨ ਪਹੁੰਚੇ, ਪਰ ਲੰਮੀ ਬਿਮਾਰੀ ਦੇ ਕਾਰਨ 23 ਸਤੰਬਰ 1663 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਇਸੇ ਲਈ 23 ਸਤੰਬਰ ਨੂੰ ਹਰਿਆਣਾ ਬਲੀਦਾਨ ਦਿਵਸ ਜਾਂ ਸ਼ਹੀਦ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ ਅਬਦੁਲ ਰਹਿਮਾਨ ਖਾਨ ਨੇ ਆਜ਼ਾਦੀ ਲਈ ਜੋ ਯੋਗਦਾਨ ਪਾਇਆ ਉਸ ਨੂੰ ਬਿਆਨ ਕਰੋ। ਅਬਦੁਲ ਰਹਿਮਾਨ ਖਾਨ ਝੱਜਰ ਰਿਆਸਤ ਦਾ ਨਵਾਬ ਸੀ। ਝੱਜਰ ਸਭ ਤੋਂ ਵੱਡੀ ਰਿਆਸਤ ਸੀ ਹਰਿਆਣੇ ਦੇ ਅੰਦਰ। ਉਹ ਪਹਿਲਾਂ ਅੰਗਰੇਜ਼ਾਂ ਦਾ ਵਫਾਦਾਰ ਸੀ, ਪਰ ਜਦੋਂ ਉਸਨੇ ਦੇਖਿਆ ਕਿ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਵਿਦਰੋਹ ਵਿੱਚ ਸ਼ਾਮਿਲ ਹੋ ਚੁੱਕਾ ਹੈ ਤਾਂ ਅਬਦੁਲ ਰਹਿਮਾਨ ਵੀ ਵਿਦਰੋਹ ਵਿੱਚ ਸ਼ਾਮਿਲ ਹੋ ਜਾਂਦਾ ਹੈ ਤੇ ਉਸਨੇ ਬਾਦਸ਼ਾਹ ਦੀ ਮਦਦ ਲਈ ਫੌਜ ਵੀ ਭੇਜੀ, ਪੈਸੇ ਵੀ ਦਿੱਤੇ। ਪਰ ਜਦੋਂ ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਕੈਦ ਕਰ ਲਿਆ ਤਾਂ ਉਹ ਅਬਦੁਲ ਰਹਿਮਾਨ ਤੇ ਵੀ ਹਮਲਾ ਕਰ ਦਿੰਦੇ ਹਨ ਤੇ ਅਬਦੁਲ ਰਹਿਮਾਨ ਨੂੰ ਉਹ ਗ੍ਰਿਫਤਾਰ ਕਰਕੇ ਲਾਲ ਕਿਲੇ ਦੇ ਸਾਹਮਣੇ ਫਾਂਸੀ ਦੇ ਦਿੰਦੇ ਹਨ। ਇਸ ਪ੍ਰਕਾਰ ਅਸੀਂ ਅਬਦੁਲ ਰਹਿਮਾਨ ਖਾਨ ਜੀਆਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾ ਸਕਦੇ। ਫਿਰ ਹੈ ਹਰਿਆਣਾ ਬਲੀਦਾਨ ਦਿਵਸ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ। ਹਰਿਆਣਾ ਬਲੀਦਾਨ ਦਿਵਸ 23 ਸਤੰਬਰ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਦੇਸ਼ ਭਗਤ ਰਾਓ ਤੁਲਾ ਰਾਮ ਜੀ ਦਾ ਦੇਹਾਂਤ ਹੋਇਆ ਸੀ ਅਫਗਾਨਿਸਤਾਨ 'ਚ। ਫਿਰ ਹੈ ਹਰਿਆਣਾ ਵਿੱਚ ਕਿਹੜੇ ਪ੍ਰਮੁੱਖ ਥਾਵਾਂ ਤੇ ਬਗਾਵਤ ਹੋਈ। ਝੱਜਰ, ਗੁੜਗਾਉਂ, ਫਰੂਖਨਗਰ, ਬੱਲਭਗੜ੍ਹ, ਰੇਵਾੜੀ, ਰਾਣੀਆਂ, ਕੋਤਾਹਾ, ਹਿਸਾਰ, ਹਾਂਸੀ, ਪਾਣੀਪਤ ਤੇ ਸੋਨੀਪਤ। ਉਸ ਤੋਂ ਬਾਅਦ ਨੈਕਸਟ ਹੈ ਹਰਿਆਣਾ ਦੇ ਸੁਤੰਤਰਤਾ ਸੰਗਰਾਮੀਆਂ ਦਾ ਨਾਮ ਅਬਦੁਲ ਰਹਿਮਾਨ ਖਾਨ, ਰਾਓ ਤੁਲਾ ਰਾਮ ਤੇ ਰਾਜਾ ਨਾਹਰ ਸਿੰਘ ਤੇ ਅਹਿਮਦ ਅਲੀ ਗੁਲਾਮ ਖਾਨ। ਹੁਣ ਤੁਸੀਂ ਮੈਨੂੰ ਦੱਸਣਾ ਹੈ ਕਿ ਚਾਰੋਂ ਕਿਹੜੀ ਰਿਆਸਤ ਨਾਲ ਸੰਬੰਧਿਤ ਸਨ। ਨੈਕਸਟ ਹੈ 1857 ਦੇ ਵਿਦਰੋਹ ਦੇ ਹੋਰ ਸੁਤੰਤਰ ਸੰਗਰਾਮਾਂ ਦੇ ਨਾਮ, ਮਤਲਬ ਜਿਹੜੇ ਹਰਿਆਣੇ ਤੋਂ ਨਾ ਹੋਣ ਲੇਕਿਨ 1857 ਦੇ ਵਿਦਰੋਹ ਨਾਲ ਜੁੜੇ ਹੋਣ ਤਾਂ ਬਹਾਦਰ ਸ਼ਾਹ ਜ਼ਫਰ, ਨਾਨਾ ਸਾਹਿਬ, ਝਾਂਸੀ ਦੀ ਰਾਣੀ, ਤਾਂਤੀਆ ਟੋਪੇ, ਇਸ ਤੋਂ ਇਲਾਵਾ ਬੇਗਮ ਹਜ਼ਰਤ ਮਹਿਲ, ਰਾਓ ਤੁਲਾ ਰਾਮ ਤੇ ਨਾਹਰ ਸਿੰਘ। ਨੈਕਸਟ ਹੈ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ। ਗਦਰ, ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ 1857 ਵਿੱਚ ਗਦਰ ਕੀਤਾ ਗਿਆ, ਮਤਲਬ ਬਗਾਵਤ ਅਗਲਾ ਹੀ 1857 ਵਿੱਚ ਸਾਰੇ ਦੇਸ਼ ਵਿੱਚ ਅੰਗਰੇਜ਼ਾਂ ਖਿਲਾਫ ਬਗਾਵਤ ਹੋਈ। ਲੋਹਾ ਲੈਣਾ, ਸਿੱਖ ਫੌਜਾਂ ਨੇ ਅੰਗਰੇਜ਼ਾਂ ਨਾਲ ਡਟ ਕੇ ਲੋਹਾ ਲਿਆ ਖਿਲਾਫ। ਸਾਨੂੰ ਹਮੇਸ਼ਾ ਝੂਠ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ, ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਸੰਗਰਾਮ ਮਤਲਬ ਸੰਘਰਸ਼। ਗਦਰ ਪਾਰਟੀ ਦੇ ਯੋਧਿਆਂ ਨੇ ਆਜ਼ਾਦੀ ਲਈ ਅੰਗਰੇਜ਼ਾਂ ਨੂੰ ਕੱਢਣ ਲਈ ਸੰਗਰਾਮ ਕੀਤਾ। ਇੱਥੇ ਸੰਗਰਾਮ ਆਏਗਾ। ਉਸ ਤੋਂ ਬਾਅਦ ਹੈ ਗ੍ਰਿਫਤਾਰ। ਪੁਲਿਸ ਨੇ ਚੋਰਾਂ ਨੂੰ ਰਾਤ ਵੇਲੇ ਗ੍ਰਿਫਤਾਰ ਕਰ ਲਿਆ। ਜਾਇਦਾਦ, ਬੱਚਿਆਂ ਲਈ ਮਾਪੇ ਹੀ ਉਹਨਾਂ ਦੀ ਸਭ ਤੋਂ ਵੱਡੀ ਜਾਇਦਾਦ ਹੁੰਦੇ ਹਨ। ਉਸ ਤੋਂ ਬਾਅਦ ਹੈ ਸਾਕਾਰ ਕਰਨਾ। ਕਲਾਕਾਰ ਨੇ ਸਭ ਤੋਂ ਸੋਹਣਾ ਚਿੱਤਰ ਬਣਾ ਕੇ ਆਪਣਾ ਸੁਪਨਾ ਸਾਕਾਰ ਕਰ ਲਿਆ। ਰੋਸ਼, ਭਾਰਤੀਆਂ ਦੇ ਮਨ ਵਿੱਚ ਅੰਗਰੇਜ਼ਾਂ ਦੇ ਖਿਲਾਫ ਬਹੁਤ ਜ਼ਿਆਦਾ ਰੋਸ਼ ਮਤਲਬ ਗੁੱਸਾ ਸੀ। ਦਰਦ ਦੇਣਾ ਮਤਲਬ ਕੁਚਲ ਦੇਣਾ। ਅੰਗਰੇਜ਼ਾਂ ਨੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਰੋਡ ਰੋਲਰ ਹੇਠਾਂ ਦਰੜ ਦਿੱਤਾ। ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਪਾਠ, ਇਸ ਦਾ ਅਧਿਅਨ, ਅਭਿਆਸ ਤੇ ਪ੍ਰਸ਼ਨ ਉੱਤਰ ਅਸੀਂ ਸਾਰੇ ਸਮਝ ਚੁੱਕੇ ਹਾਂ। ਮੈਨੂੰ ਉਮੀਦ ਹੈ ਤੁਹਾਡੇ ਲਈ ਬਹੁਤ ਲਾਹੇਵੰਦ ਰਹੇਗੀ। ਆਪਣਾ ਤੇ ਆਪਣਾ ਦਾ ਬਹੁਤ ਧਿਆਨ ਰੱਖੋ। ਥੈਂਕ ਯੂ ਸੋ ਮਚ। ਰੱਬ ਰਾਖਾ। ਜੈ ਹਿੰਦ, ਜੈ ਭਾਰਤ।